ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਖੇਤ ਮਿਆਲਾ ਉੱਚੀਆ, ਘਰ ਉੱਚਾ ਨਿਰਨਉ। ਮਹਿਲ ਭਗਤੀ ਘਰ ਸਰੈ, ਸੱਜਣ ਪਾਹਨਿਓ। ਖੇਤ ਮਿਆਲਾ ਉੱਚੀਆ, ਘਰ ਉੱਚਾ ਨਿਰਨਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਮਾਈ ਭਾਈ ਧੰਨਤਾ ਜੋਗ ਹੋ। ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਪਾਸ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਰਹਿਮਤ ਬਖਸ਼ਿਸ਼ ਕਰਦੇ ਹੋਏ ਸਾਨੂੰ ਕਲਯੁਗੀ ਜੀਵਾਂ ਨੂੰ ਅੰਮ੍ਰਿਤਮਈ ਗੁਰਬਾਣੀ ਦੇ ਪ੍ਰਵਾਹ ਨਾਲ ਨਿਹਾਲ ਕਰਦੇ ਨੇ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤਮਈ ਗੁਰਬਾਣੀ ਜੀ ਦੇ ਨਿਤਨੇਮ ਹੁੰਦੇ ਹਨ। ਕੁਝ ਸਮਾਂ ਪਹਿਲਾਂ ਆਪਾਂ ਨੇ ਲੜੀਵਾਰ ਕਥਾ ਵਿਚਾਰ ਆਰੰਭ ਕੀਤੀ ਹੋਈ ਹੈ। ਗੁਰੂ ਕਿਰਪਾ ਸਦਕਾ 516 ਅੰਗ ਤੱਕ ਗੁਰੂ ਕੀ ਬਾਣੀ ਦੀ ਵਿਚਾਰ ਆਪਾਂ ਨੇ ਸਰਵਣ ਕੀਤੀ ਹੈ। ਅੱਗੇ ਜਿਵੇਂ ਸਤਿਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ। ਜਿਤਨੇ ਵੀ ਸਰੀਰ ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠੇ ਹਾਂ, ਸਾਰੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੋਜਰੀ ਰਾਗ ਦੀ ਜਿਹੜੀ ਪਹਿਲੀ ਵਾਰ ਹੈ, ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਹੈ। ਇਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅੱਜ 21 ਅਤੇ 22 ਨੰਬਰ ਸ਼ਲੋਕ, ਜੋ ਅਖੀਰਲੇ 2 ਸ਼ਲੋਕ ਹਨ, ਇਸ ਵਾਰ ਦੇ ਬਖਸ਼ਿਸ਼ ਕਰਦੇ ਹਨ। ਅੱਗੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਆਰੰਭ ਹੋਵੇਗੀ ਗੋਜਰੀ ਰਾਗ ਵਿੱਚ ਹੀ। 2 ਵਾਰਾਂ ਨੇ ਗੋਜਰੀ ਰਾਗ ਵਿੱਚ। ਪਹਿਲੀ ਵਾਰ ਤੀਸਰੇ ਪਾਤਸ਼ਾਹ ਜੀ ਦੀ ਹੈ, ਦੂਸਰੀ ਵਾਰ 5ਵੇਂ ਪਾਤਸ਼ਾਹ ਜੀ ਦੀ ਹੈ।
ਹੁਣ ਤੀਸਰੇ ਪਾਤਸ਼ਾਹ ਮਹਾਰਾਜ 21 ਨੰਬਰ ਸ਼ਲੋਕ ਦੇ ਅੰਦਰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਖੇਤ ਮਿਆਲਾ ਉੱਚੀਆ, ਘਰ ਉੱਚਾ ਨਿਰਨਉ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਦੋਂ ਜ਼ਿਮੀਂਦਾਰ ਨੂੰ, ਕਿਸਾਨ ਨੂੰ ਇਹ ਨਿਰਣਾ ਹੋ ਜਾਵੇ ਨਾ, ਤਜਰਬਾ ਹੁੰਦਾ ਹੈ ਆਪਣੀ ਜ਼ਿੰਦਗੀ ਦਾ ਕਿ ਹੁਣ ਮੀਂਹ ਆਉਣ ਵਾਲਾ ਹੈ। ਆਕਾਸ਼ ਰੂਪੀ ਘਰ ਦੇ ਵਿੱਚ, ਘਰ ਉੱਚਾ, ਉੱਚੇ ਘਰ ਦਾ ਭਾਵ ਹੈ ਆਕਾਸ਼ ਰੂਪੀ ਘਰ, ਜਿਹੜਾ ਉੱਚਾ ਘਰ ਹੈ। ਇਹਦੇ ਵਿੱਚ ਦੇਖ ਕੇ ਆਮ ਹੀ ਜਿਹੜੇ ਪੁਰਾਣੇ ਜ਼ਿਮੀਂਦਾਰ ਨੇ, ਹੁਣ ਤਾਂ ਖੈਰ ਇੰਟਰਨੈਟ ਦਾ ਜ਼ਮਾਨਾ ਆਇਆ, ਮੋਬਾਈਲਾਂ ਦੇ ਰਾਹੀਂ ਵੈਦਰ ਨੂੰ ਚੈੱਕ ਕੀਤਾ ਜਾਂਦਾ ਵੀ ਮੀਂਹ ਦਾ ਪੈਣ ਦਾ ਕੋਈ ਸੁਭਾਅ ਹੈ ਕਿ ਨਹੀਂ, ਸੰਭਾਵਨਾ ਹੈਗੀ ਹੈ ਕਿ ਨਹੀਂ ਮੀਂਹ ਪੈਣ ਦੀ। ਪੁਰਾਣੇ ਬਜ਼ੁਰਗ ਪਹਿਲਾਂ ਉਂਝ ਹੀ ਨਿਰਣਾ ਕਰ ਲਿਆ ਕਰਦੇ ਸਨ ਵੀ ਹੁਣ ਮੀਂਹ ਆਵੇਗਾ ਪੱਕਾ ਹੀ। ਉਹਨਾਂ ਨੂੰ ਜਦੋਂ ਨਿਸ਼ਚਾ ਹੋ ਜਾਂਦਾ ਸੀ ਨਿਰਣਾ ਕਰ ਲੈਂਦੇ, ਘਰ ਉੱਚਾ ਨਿਰਣਾ ਹੋ ਜਾਂਦਾ ਤੇ ਫਿਰ ਖੇਤਾਂ ਦੇ ਵਿੱਚ ਜਾ ਕੇ ਆਪਣੇ ਖੇਤ ਦੀਆਂ ਵੱਟਾਂ ਹਨ ਜਿਹੜੀਆਂ, ਮਿਆਲਾ ਦਾ ਭਾਵ ਆ ਵੱਟਾਂ, ਉਹਨਾਂ ਨੂੰ ਉੱਚੀਆਂ ਕਰ ਲੈਂਦੇ ਸੀ ਵੀ ਮੀਂਹ ਪਵੇਗਾ ਤੇ ਇਹਨਾਂ ਹੁਣ ਵੱਟਾਂ ਨੂੰ ਉੱਚੀਆਂ ਕਰ ਦਈਏ, ਮੀਂਹ ਦਾ ਪਾਣੀ ਇਕੱਠਾ ਹੋ ਜਾਏਗਾ, ਖੌਰੇ ਕਿਤੇ ਟੁੱਟ ਕੇ ਵੱਟ ਜੇ ਛੋਟੀ ਹੋਵੇਗੀ ਟੁੱਟ ਜਾਏਗੀ ਤੇ ਸਾਰਾ ਪਾਣੀ ਦੂਸਰੇ ਦੇ ਖੇਤਾਂ 'ਚ ਚਲਿਆ ਜਾਏਗਾ। ਖੇਤ ਦੀਆਂ ਵੱਟਾਂ ਉੱਚੀਆਂ ਕਰ ਦਿੰਦੇ ਕਿ ਪਾਣੀ ਇਕੱਤਰ ਹੋ ਜਾਵੇ, ਸਾਡੇ ਖੇਤ ਵਿੱਚ ਜ਼ਿਆਦਾ ਪਾਣੀ ਰਵੇ। ਖੇਤ ਮਿਆਲਾਂ ਉੱਚੀਆਂ, ਕਰ ਉੱਚਾ ਨਿਰਣਾ। ਇਸ ਤਰ੍ਹਾਂ ਜਦੋਂ ਜ਼ਿਮੀਂਦਾਰ ਨੂੰ ਨਿਰਣਾ ਹੁੰਦਾ ਤੇ ਖੇਤ ਦੀਆਂ ਵੱਟਾਂ ਉੱਚੀਆਂ ਕਰ ਲੈਂਦੇ ਹਨ। ਮਹਿਲ ਭਗਤੀ ਘਰ ਸਰੈ, ਸੱਜਣ ਪਾਹਨਿਓ। ਤੇ ਇਸੇ ਤਰ੍ਹਾਂ ਜਿਸ ਘਰ ਦੇ ਵਿੱਚ ਭਗਤਨੀ ਹੋਵੇ ਇਸਤਰੀ, ਜਿਸ ਘਰ ਦੇ ਵਿੱਚ ਭਗਤਨੀ ਇਸਤਰੀ ਹੋਵੇ, ਉਸ ਘਰ ਦੇ ਵਿੱਚ ਸੰਤ ਸੱਜਣ ਪ੍ਰਾਹੁਣੇ ਆਉਂਦੇ ਹਨ। ਬਰਸ ਨਾ ਤਾ ਬਰਸ ਘਨਾ, ਬਹੁੜ ਬਰਸਹਿ ਕਾਹੇ। ਤੇ ਜਦੋਂ ਵਰਖਾ ਹੁੰਦੀ ਹੈ, ਸਮਾਂ ਜਿਹਾ ਬਣਦਾ ਵਰਖਾ ਹੋਣ ਦਾ, ਤੇ ਆਮ ਹੀ ਲੋਕ ਕਹਿੰਦੇ ਨੇ, ਕਹਿੰਦੇ ਜੇ ਰੱਬਾ ਮੀਂਹ ਪਾਉਣਾ ਤਾਂ ਚੰਗੀ ਤਰ੍ਹਾਂ ਪਾ ਦੇ, ਤੇ ਜੇ ਨਹੀਂ ਪਾਉਣਾ ਤੇ ਜਦੋਂ ਸਾਡੀਆਂ ਫਸਲਾਂ ਬਿਲਕੁਲ ਪਾਣੀ ਤੋਂ ਚਲੀਆਂ ਗਈਆਂ, ਫਸਲਾਂ ਹੀ ਬਰਬਾਦ ਹੋ ਗਈਆਂ, ਫਿਰ ਮੀਂਹ ਪਾਉਣ ਦਾ ਕੀ ਫਾਇਦਾ। ਬਰਸਣਾ ਤਾਂ ਬਰਸ ਘਣਾ, ਜੇ ਮੀਂਹ ਪਾਉਣਾ ਤੇ ਹੁਣੇ ਹੀ ਮੀਂਹ ਵੱਧ ਪਾ। ਬਹੁੜ ਬਰਸੈ ਕਾਹੇ, ਜਦੋਂ ਫਸਲ ਨੂੰ ਲੋੜ ਹੀ ਨਾ ਹੋਈ, ਖੇਤੀ ਨੂੰ ਪਾਣੀ ਦੀ ਲੋੜ ਹੀ ਨਾ ਹੋਈ, ਤੇ ਉਦੋਂ ਫਿਰ ਮੀਂਹ ਪਾਉਣ ਦਾ ਕੀ ਫਾਇਦਾ, ਉਦੋਂ ਕੋਈ ਲਾਭ ਨਹੀਂ ਹੋਵੇਗਾ। ਨਾਨਕ ਤਿਨ ਬਲਿਹਾਰਨੇ, ਜਿਨ ਗੁਰਮੁਖ ਪਾਇਆ ਮਨ ਮਾਹੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉਦਾਹਰਨਾਂ ਦੇ ਕਰਕੇ ਸਮਝਾਉਂਦੇ ਨੇ ਵੀ ਬਾਅਦ ਵਿੱਚ ਜਿਵੇਂ ਜਦੋਂ ਫਸਲ ਹੀ ਸਾਰੀ, ਉਹਦਾ ਸਮਾਂ ਹੀ ਲੰਘ ਗਿਆ ਫਸਲ ਦਾ, ਤੇ ਫਿਰ ਮੀਂਹ ਦਾ ਕੋਈ ਫਾਇਦਾ ਨਹੀਂ ਹੁੰਦਾ। ਜਦੋਂ ਆਪਾਂ ਫਸਲਾਂ ਵੱਢ ਲਈਆਂ, ਕੱਟ ਲਈਆਂ, ਕਦੇ ਕਿਸੇ ਨੇ ਕਿਹਾ ਵੀ ਹੁਣ ਮੀਂਹ ਪੈ ਜਾਵੇ, ਬਖਸ਼ਿਸ਼ ਹੋ ਜਾਵੇ। ਤੇ ਇਸੇ ਤਰ੍ਹਾਂ ਜਿਨ੍ਹਾਂ ਗੁਰਮੁਖ ਜਨਾਂ ਨੇ ਆਪਣੀ ਜ਼ਿੰਦਗੀ ਦੇ ਸਮੇਂ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਤੇ ਵਧੀਆ ਗੱਲ ਹੈ। ਜਦੋਂ ਅੰਤਲਾ ਸਮਾਂ ਆ ਗਿਆ, ਉਦੋਂ ਫਿਰ ਜਿਹੜੀ ਪ੍ਰਾਪਤੀ ਵਾਸਤੇ ਯਤਨ ਕਰਨਾ ਉਹ ਬਹੁਤਾ ਜ਼ਿਆਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਠੀਕ ਨਹੀਂ ਹੈ, ਕਿਉਂਕਿ ਸਮਾਂ ਲੰਘ ਚੁੱਕਾ ਹੁੰਦਾ ਮੌਕਾ ਹੱਥੋਂ, ਇਹ ਮੌਕਾ ਹੀ ਹੁੰਦਾ ਹੈ। ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈ ਹੈ। ਭਾਈ ਗੁਰਦਾਸ ਜੀ ਦੇ ਵੀ ਬਚਨ ਹਨ, ਕਹਿੰਦੇ ਸਾਰੀ ਉਮਰ ਧੰਦਿਆਂ ਦੇ ਵਿੱਚ, ਮਾਇਆ ਦੇ ਮਾਇਕੀ ਪਦਾਰਥਾਂ ਵਿੱਚ ਲੰਘਾ ਦਿੱਤੀ। ਤੈਸੇ ਧੰਦ ਅੰਧ ਮਾਇਆ ਅਵਧ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈ ਹੈ। ਸਾਰੀ ਉਮਰ ਤਾਂ ਲੰਘਾ ਦਿੱਤੀ ਮਾਇਕੀ ਪਦਾਰਥਾਂ ਵਿੱਚ, ਅੰਤ ਨੂੰ ਕਿਵੇਂ ਮਨ ਵਿੱਚ ਪਰਮੇਸ਼ਰ ਦੀ ਪ੍ਰੀਤ ਲੱਗੇਗੀ। ਵੈਸੇ ਭਾਈ ਗੁਰਦਾਸ ਜੀ ਨੇ ਬੜੀਆਂ ਸੁੰਦਰ ਉਦਾਹਰਨਾਂ ਦਿੱਤੀਆਂ ਨੇ ਇੱਥੇ। ਕਹਿੰਦੇ ਮੌਕਾ ਹੁੰਦਾ, ਜੇ ਕੋਈ ਸੰਭਾਲ ਲਵੇ ਫਿਰ ਪਛਤਾਉਣਾ ਨਹੀਂ ਪੈਂਦਾ।
ਜੈਸੇ ਘਰ ਲਾਗੈ ਆਗ, ਕੂਆ ਖੋਦਿਓ ਚਾਹੈ। ਘਰ ਦੇ ਵਿੱਚ ਅੱਗ ਲੱਗੀ ਹੋਵੇ ਤੇ ਕਵੇ ਵੀ ਮੈਂ ਖੂਹ ਪੁੱਟ ਕੇ ਹੁਣੇ ਹੀ ਤੇ ਪਾਣੀ ਪਾ ਕੇ ਬੁਝਾ ਦੇਵਾਂ, ਕਹਿੰਦੇ ਨਹੀਂ। ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ। ਕਾਰਜ ਨਹੀਂ ਹੋਵੇਗਾ ਪੂਰਾ, ਰੋਣਾ ਤੇ ਪਛਤਾਉਣਾ ਪੱਲੇ ਪੈ ਜਾਂਦਾ ਏ। ਜਦੋਂ ਨੂੰ ਖੂਹ ਪੁੱਟਣਾ ਉਦੋਂ ਨੂੰ ਤਾਂ ਘਰ ਨੇ ਸੜ ਜਾਣਾ। ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੈ ਵੀਰ ਵਿਦਿਆ, ਅਨਿਥਾ ਉਦਮ ਜੀਤ ਪਦ ਵੀ ਨਾ ਪਾਈ ਹੈ। ਇੱਕ ਪਾਸੇ ਜੰਗ ਲੱਗੀ ਹੋਵੇ, ਲੜਾਈ ਹੋਈ ਹੋਵੇ ਤੇ ਦੁਸ਼ਮਣ ਚੜ੍ਹਾਈ ਕਰਕੇ ਆ ਜਾਵੇ ਤੇ ਬੰਦਾ ਕਵੇ ਹੁਣ ਮੈਂ ਸ਼ਸਤਰ ਵਿਦਿਆ ਸਿੱਖ ਲਵਾਂ, ਮੈਂ ਹਥਿਆਰ ਚਲਾਉਣੇ ਸਿੱਖ ਆਵਾਂ, ਉਦੋਂ ਫਿਰ ਕਹਿੰਦੇ ਜਿੱਤ ਦੀ ਪਦਵੀ ਪ੍ਰਾਪਤੀ ਨਹੀਂ ਹੁੰਦੀ। ਇਹ ਸਾਨੂੰ ਵੀ ਸੋਚ ਲੈਣਾ ਚਾਹੀਦਾ। ਜਿਹੋ ਜਿਹੇ ਹਾਲਾਤ ਜੇ ਬਣਦੇ ਪਏ ਨੇ, ਵੇਖਣੀ ਆ ਜੰਮੂ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਹੈ ਤੇ ਹੁਣ ਪੰਜਾਬ ਦੇ ਨਾਲ ਵੀ ਹੈ। ਅਸੀਂ ਅਵੇਸਲੇ ਜੇ ਹੋਏ ਬੈਠੇ ਆ ਨਾ ਜਿਹੜੇ, ਬਈ ਸਾਨੂੰ ਕਿਹੜਾ ਕੁਝ ਹੋਣਾ, ਇੱਥੇ ਹੋਏਗਾ ਸਭ ਕੁਝ। ਇਹ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਣਾ ਚਾਹੀਦਾ ਕਿ ਸ਼ਸਤਰ ਵਿਦਿਆ ਦਾ ਅਭਿਆਸ ਹੋਵੇ ਸਿੱਖ ਦੇ ਕੋਲ। ਸਾਨੂੰ ਤਾਂ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਹਥਿਆਰ ਚਲਾਉਣ ਦਾ ਵਧੀਆ ਢੰਗ ਹੋਣਾ ਚਾਹੀਦਾ ਕਿ ਐਵੇਂ ਨਾ ਕੋਈ ਜਣਾ ਖਣਾ ਆ ਕੇ ਸਿੱਖ ਦੀ ਪੱਗ ਲਾ ਦੇਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੱਖਾਂ ਦੇ ਸਾਹਮਣੇ ਬੇਅਦਬੀ ਕਰ ਜਾਏ ਤੇ ਉੱਥੇ ਧੌਣ ਨੀਵੀਂ ਕਰਕੇ ਵੇਖੀ ਜਾਵੇ। ਹਾਂ, ਜਿਤਨੇ ਵੀ ਲੋਕਾਂ ਨੇ ਬੇਅਦਬੀਆਂ ਕੀਤੀਆਂ ਹਨ, ਅਸਲ ਦੇ ਵਿੱਚ ਉਹ ਜੇ ਸਾਹਮਣੇ ਆਉਣ ਤੇ ਗੱਲ ਤਾਂ ਬਣਦੀ ਹੈ। ਜੇ ਕੋਈ ਕਹੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਜਿਨ੍ਹਾਂ ਨੇ ਹੱਥ ਖੜੇ ਕਰਕੇ ਕਿਹਾ ਸੀ ਤੇ ਉਹਨਾਂ ਦੀਆਂ ਬਾਹਾਂ ਵੀ ਵੱਢ ਦਿੱਤੀਆਂ ਗੁਰੂ ਕੇ ਸਿੰਘਾਂ ਨੇ। ਇੱਕ ਲੁਧਿਆਣੇ ਦੀ ਘਟਨਾ ਹੈ। ਭਾਈ ਮਨਦੀਪ ਸਿੰਘ ਜੀ ਕੁੱਬੇ ਪਿੰਡ ਵਾਲੇ ਬਹਾਦਰ ਸਿੰਘ ਨੇ, ਗੁਰੂ ਕੇ ਸੂਰਮੇ ਨੇ। ਉਹ ਭਈਆ ਸੀ ਕੋਈ ਇੱਕ, ਤੇ ਉਹਨੇ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਉਹ ਲੁਧਿਆਣੇ ਜੇਲ੍ਹ ਵਿੱਚ ਤੇ ਭਾਈ ਮਨਦੀਪ ਸਿੰਘ ਚਲੇ ਗਏ ਵੇਖਣ ਵਾਸਤੇ ਵੀ ਇਹ ਕਿਹੜਾ ਬੰਦਾ ਜਿਹਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਜਦੋਂ ਸਾਧ ਸੰਗਤ ਜੀ ਉਹ ਜੇਲ੍ਹ ਵਿੱਚ ਗਏ, ਉਹ ਜੇਲ੍ਹ ਦੇ ਅੰਦਰ ਬੰਦ ਸੀ ਤੇ ਉਹਨੂੰ ਜਾ ਕੇ ਪੁੱਛਿਆ ਵੀ ਤੂੰ ਬੇਅਦਬੀ ਕਿਉਂ ਕੀਤੀ ਆ। ਉਹ ਅੱਗੋਂ ਪੁੱਠਾ ਬੋਲਿਆ, ਕਹਿੰਦਾ ਮੈਂ ਕੀਤੀ ਆ। ਜਦੋਂ ਇੱਦਾਂ ਹੋਰ ਵੀ ਇੱਕ ਦੋ ਕਹਿੰਦੇ ਪੁੱਠੀਆਂ ਜਿਹੀਆਂ ਗੱਲਾਂ ਕੀਤੀਆਂ ਤੇ ਉਹ ਸਿੰਘ ਕੋਲੇ ਪਿਸਤੌਲ ਸੀ ਤੇ ਉਹਦੇ 2 ਮਾਰੀਆਂ ਪੜਪੜੀ ਦੇ ਵਿੱਚ ਗੋਲੀਆਂ ਤੇ ਢੇਰੀ ਕਰ ਦਿੱਤਾ। ਇਸ ਕਰਕੇ ਜਿਹੜਾ ਵੀ ਬੰਦਾ ਬਹੁਤਾ ਹੰਕਾਰ ਕਰੇ ਨਾ ਵੀ ਮੈਂ ਐਂ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ, ਗੁਰੂ ਕੇ ਸਿੰਘ ਨੂੰ ਚਾਟਾ ਛਕਾ ਦਿੰਦੇ ਨੇ, ਦੇਰੀ ਨਹੀਂ ਲਾਉਂਦੇ ਹਨ। ਸੋ ਇਸ ਕਰਕੇ ਜਿਹੜਾ ਭਾਈ ਸਮਾਂ ਹੈ ਇਹ ਪੰਜਾਬ ਤੇ ਵੀ ਆਵੇਗਾ। ਇਹ ਆਪਣਾ ਦੂਰ ਨਾ ਸਮਝੀਏ, ਹੁਣ ਮੌਕਾ ਹੈ ਆਪਣੇ ਆਪ ਨੂੰ ਉਦਮ ਦੇ ਵਿੱਚ ਲਿਆਉਣ ਦਾ ਯਤਨ ਕਰਨਾ ਚਾਹੀਦਾ ਕਿ ਵੱਧ ਤੋਂ ਵੱਧ ਅਭਿਆਸ ਕਰੋ, ਨਾਲੇ ਬਾਣੀ ਪੜ੍ਹੋ, ਜਿਸ ਦੇ ਨਾਲ ਮਨ ਠੋਸ ਬਣੇਗਾ, ਮਨ ਵਿੱਚ ਦ੍ਰਿੜਤਾ ਆਵੇਗੀ। ਨਹੀਂ ਤਾਂ ਇੱਦਾਂ ਵੀ ਲੋਕ ਕਰਦੇ ਪਏ ਨੇ, ਆ ਚਾਰਕ ਸ਼ਿਵ ਸੈਨਾ ਵਾਲੇ ਬਾਂਦਰ ਬਿਰਤੀ ਵਾਲੇ ਇਕੱਠੇ ਹੋ ਕੇ ਫੜ ਲੈਂਦੇ ਨੇ ਕਿਸੇ ਨੂੰ, ਬੋਲ ਜੈ ਸ਼੍ਰੀ ਰਾਮ, ਜਾਂ ਕੋਈ ਹੋਰ ਤਰੀਕਿਆਂ ਦੇ ਨਾਲ ਮੁਸਲਮਾਨਾਂ ਦੇ ਉੱਪਰ ਕਿੰਨਾ ਅਤਿਆਚਾਰ ਕਰਦੇ ਪਏ ਨੇ। ਇੱਦਾਂ ਦਾ ਕੋਈ ਬੰਦਾ, ਹੁਣ ਕਈ ਇੱਦਾਂ ਵੀ ਖਬਰਾਂ ਆਉਂਦੀਆਂ ਨੇ ਫਲਾਣੇ ਥਾਂ ਤੇ ਸਿੱਖ ਦੀ ਪੱਗ ਲਾ ਦਿੱਤੀ, ਜਦੋਂ ਕਿਰਪਾਨ ਤਾਂ ਤੁਸੀਂ ਪਾਉਣੀ ਨਹੀਂ ਤੇ ਛਿੱਤਰੀ ਖਾਣੇ ਆ। ਕਿਰਪਾਨ ਹੋਵੇ 2.5 ਫੁੱਟ ਦੀ ਗਾਤਰੇ ਤੇ ਮਜਾਲ ਆ ਕੋਈ ਰਸਤੇ ਵਿੱਚ ਘੇਰ ਕੇ ਪੱਗ ਲਾ ਦੇਵੇ ਜਾਂ ਮੰਦਾ ਚੰਗਾ ਬੋਲ ਲਵੇ। ਜਿਹੜਾ ਵੀ ਸਿੱਖ ਹੁੰਦਾ ਪੱਗ ਲਵਾ ਕੇ ਆ ਜਾਂਦਾ ਹੈ, ਫਿਰ ਵੀਡੀਓ ਰੋ ਰੋ ਕੇ ਪਾਉਂਦੇ ਰਹਿੰਦੇ ਹਨ। ਚਲੋ ਜੇ ਕੋਈ ਵੱਡੀ ਗਿਣਤੀ ਵਿੱਚ ਹਮਲਾ ਹੁੰਦਾ ਤੇ ਇੱਕ ਅੱਧੇ ਨੂੰ ਤਾਂ ਚਾਟਾ ਛਕਾਵੇ ਹੀ ਨਾ। ਜੇ ਨਹੀਂ ਬਲ ਹੈ, ਨਹੀਂ ਤਾਕਤ ਹੈ ਬਹੁਤਿਆਂ ਨਾਲ ਲੜਨ ਦੀ, ਤੇ ਘੱਟੋ ਘੱਟ ਇੱਕ ਅੱਧੇ ਨੂੰ ਚਾਟਾ ਤਾਂ ਛਕਾਇਆ ਹੋਵੇ, ਪਤਾ ਤਾਂ ਲੱਗੇ। ਉਹ ਜਿਵੇਂ ਦਿੱਲੀ ਦੇ ਵਿੱਚ ਉਹ ਪੁਲਿਸ ਵਾਲਿਆਂ ਨੂੰ ਚਾਟਾ ਛਕਾਇਆ ਸੀ ਸਿੰਘਾਂ ਨੇ, 2 ਹੀ ਸੀ ਪਿਓ ਪੁੱਤ, ਭਾਵੇਂ ਉਹਨਾਂ ਨੇ ਕੁੱਟ ਖਾਧੀ ਬੜੀ ਜ਼ਿਆਦੇ, ਬੜੀ ਉਹਨਾਂ ਨੂੰ ਕੁੱਟ ਪਈ। ਇੱਕ ਵਾਰੀ ਤਾਂ ਉਹਨਾਂ ਨੇ ਜੁਰਤ ਵਿਖਾਈ ਨਾ ਵੀ ਐਵੇਂ ਨਹੀਂ ਕੋਈ ਸਿੰਘ ਦੀ ਦਸਤਾਰ ਨੂੰ ਹੱਥ ਪਾ ਲਵੇਗਾ,
ਇਸ ਕਰਕੇ ਕੁਝ ਨਾ ਕੁਝ ਜ਼ਰੂਰਤ ਤਾਂ ਹੋਵੇ, ਇਹ ਨਹੀਂ ਕਿ ਸਿਰ ਨੀਵਾਂ ਕਰਕੇ ਕੋਟੀ ਖਾਈ ਜਾਏ। ਇਹ ਮੌਕਾ ਹੈ, ਜਿੰਨਾ ਸੰਭਾਲਿਆ ਸੰਭਾਲਿਆ। ਕਹਿੰਦੇ ਇੱਕ ਪਾਸੇ ਜੰਗ ਲੱਗੀ ਹੋਵੇ ਤੇ ਬੰਦਾ ਕਵੇ ਮੈਂ ਸ਼ਸਤਰ ਵਿਦਿਆ ਸਿੱਖ ਲਵਾਂ, ਨਹੀਂ ਜਿੱਤ ਦੀ ਪਦਵੀ ਪ੍ਰਾਪਤ ਕਰ ਸਕਦਾ। ਇੱਦਾਂ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਅਖੀਰ ਵਿੱਚ ਇਹੀ ਕਹਿੰਦੇ ਨੇ, ਤੈਸੇ ਧੰਦ ਅੰਧ ਅਵਧ ਮਾਇਆ ਅਵਧ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲੈ ਵਲਾਈ ਹੈ। ਸਾਰੀ ਉਮਰ ਬਤੀਤ ਕਰ ਦੇਵੇ ਬੰਦਾ ਹੋਰ ਫਾਲਤੂ ਧੰਦਿਆਂ ਵਿੱਚ, ਅੰਤ ਨੂੰ ਜਾ ਕੇ ਜਦੋਂ ਮੰਜੇ ਤੇ ਪੈ ਗਿਆ, ਬੁੱਢਾ ਹੋ ਗਿਆ, ਮਰਨ ਕਿਨਾਰੇ, ਫਿਰ ਕਵੇ ਮੇਰੀ ਬਿਰਤੀ ਲੱਗ ਜਾਏ ਨਾ ਕਿਤੇ ਹੁਣ ਪਰਮੇਸ਼ਰ ਦੇ ਨਾਮ 'ਚ। ਕਹਿੰਦੇ ਨਾਮੁਮਕਿਨ ਜੀ ਹੋਵੇਗੀ। ਹਾਂ, ਜੇ ਪਰਮੇਸ਼ਰ ਕਿਰਪਾ ਕਰ ਦੇਵੇ ਤਾਂ ਬਿਰਤੀ ਲੱਗ ਸਕਦੀ ਹੈ, ਪਰ ਆਪਣੇ ਵੱਲੋਂ ਜਿਹੜਾ ਉਦਮ ਕੀਤਾ ਉਹ ਤਾਂ ਵਿਅਰਥ ਹੀ ਹੈ। ਉਹ ਤਾਂ ਫਿਰ 50-50 ਦੇ ਕੰਮ ਚਲੇ ਗਿਆ, ਵੀ ਲੱਗ ਗਈ ਤਾਂ ਲੱਗ ਗਈ, ਨਹੀਂ ਤੇ ਨਹੀਂ। ਪਰ ਹੁਣ ਤਾਂ ਸਮਾਂ ਹੈ ਨਾ, ਯਤਨ ਕਰਨਾ ਚਾਹੀਦਾ। ਗੁਰੂ ਸਾਹਿਬ ਜੀ ਬਖਸ਼ਿਸ਼ਾਂ ਕਰਦੇ ਨੇ। ਸੋ ਮਹਾਰਾਜ ਸਾਹਿਬ ਜੀ ਇੱਥੇ ਬਚਨ ਕਰਦੇ ਪਏ ਨੇ, ਨਾਨਕ ਤਿਨ ਬਲਿਹਾਰ ਨੇ ਜਿਨ ਗੁਰਮੁਖ ਪਾਇਆ ਮਨ ਮਾਹੇ। ਜਿਨ੍ਹਾਂ ਨੇ ਪਾਏ ਸਹੀ ਮੌਕੇ ਤੇ ਹੀ, ਬਚਪਨ ਦੀ ਅਵਸਥਾ ਦੇ ਵਿੱਚ ਹੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਨਾਲ ਜੁੜਨਾ ਕੀਤਾ ਹੈ, ਆਪਣੇ ਮਨ ਦੇ ਵਿੱਚ ਉਸ ਦੀ ਪ੍ਰਾਪਤੀ ਕਰ ਲਈ, ਉਹਨਾਂ ਤੋਂ ਬਲਿਹਾਰ ਜਾਈਏ। ਮਹੱਲਾ ਤੀਜਾ। ਮਿੱਠਾ ਸੋ ਜੋ ਭਾਵਦਾ, ਸੱਜਣ ਸੋ ਜੇ ਰਾਸ। ਮਿੱਠਾ ਉਹੀ ਹੈ, ਸੰਸਾਰ ਦੇ ਕੋਈ ਵੀ ਪਦਾਰਥ ਹੋਵੇ ਉਹਨੂੰ ਹੀ ਮਿੱਠਾ ਮੰਨਿਆ ਜਾਂਦਾ ਜੋ ਸਾਡੇ ਮਨ ਨੂੰ ਚੰਗਾ ਲੱਗਦਾ। ਜ਼ਰੂਰੀ ਨਹੀਂ ਕਿ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਮਿੱਠੀਆਂ ਹਨ ਉਹੀ ਮਿੱਠੀਆਂ ਹੁੰਦੀਆਂ ਨੇ। ਜਿਹੜਾ ਸਾਡੇ ਮਨ ਨੂੰ ਚੰਗਾ ਲੱਗਦਾ ਨਾ ਉਹੀ ਮਿੱਠਾ ਹੁੰਦਾ ਹੈ। ਹੁਣ ਜਿਵੇਂ ਬੱਕਰੀ ਹੈ, ਉਹ ਤਾਂ ਨਿੰਮ ਵੀ ਖਾ ਜਾਂਦੀ ਹੈ ਪੱਤੇ, ਆਹ ਧਰੇਕ ਦੇ ਕਿੰਨੇ ਕੌੜੇ ਪੱਤੇ ਹੁੰਦੇ ਹਨ ਉਹ ਵੀ ਖਾ ਜਾਂਦੀਆਂ ਨੇ, ਉਹਨਾਂ ਨੂੰ ਤਾਂ ਮਿੱਠੇ ਹੀ ਲੱਗਦੇ ਨੇ। ਆਪਾਂ ਖਾਂਦੇ ਆਪਾਂ ਨੂੰ ਕੌੜੇ ਲੱਗਦੇ ਨੇ। ਜਿੰਨਾ ਜਿਹੋ ਜਿਹੀ ਭਾਈ ਮਨ ਦੇ ਵਿੱਚ ਬਿਰਤੀ ਹੁੰਦੀ ਹੈ ਨਾ, ਜਿਹੋ ਜਿਹੀ ਭਾਵਨਾ ਉਹੋ ਜਿਹਾ ਹੀ ਰਸ ਆਉਂਦਾ ਹੈ। ਪੁਰਾਣੇ ਗੁਰੂ ਕੇ ਸਿੰਘ ਜੇ ਚਣੇ ਖਾਂਦੇ ਸਨ ਤੇ ਕਹਿਣਾ ਬਈ ਅਸੀਂ ਬਦਾਮ ਖਾਧੇ ਨੇ, ਜੇ ਦਰਖਤਾਂ ਦੇ ਪੱਤੇ ਸੂਤ ਕੇ ਖਾਣੇ ਕਹਿਣਾ ਅਸੀਂ ਪੂੜੀਆਂ ਖਾਧੀਆਂ ਨੇ। ਇੱਦਾਂ ਉਹ ਬੋਲੇ ਸਨ ਨਿਹੰਗ ਸਿੰਘਾਂ ਦੇ। ਇੱਕ ਪ੍ਰਸ਼ਾਦੇ ਨੂੰ 1.25 ਲੱਖ ਹੀ ਕਿਆ ਕਰਦੇ, ਵੀ 1.25 ਲੱਖ ਪ੍ਰਸ਼ਾਦਾ ਅੱਜ ਛਕਿਆ। ਇਹ ਗੁਰੂ ਕੇ ਸਿੰਘਾਂ ਦੇ ਬੋਲੇ ਨੇ ਕਿ ਉਹਨਾਂ ਦੇ ਮਨ ਦੀ ਅਵਸਥਾ ਐਸੀ ਸੀ, ਜੇ ਉਹਨਾਂ ਨੇ ਕੋਈ ਚੀਜ਼ ਇੱਦਾਂ ਦੀ ਛਕਣੀ ਹੈ ਤੇ ਉਹਨਾਂ ਨੇ ਉਹਦਾ ਨਾਮ ਐਸਾ ਰੱਖਣਾ ਵੀ ਜਿਹਦੇ ਵਿੱਚੋਂ ਆਨੰਦ ਮਿਲਦਾ ਹੈ। ਸੋ ਕੋਈ ਵੀ ਪਦਾਰਥ ਹੋਵੇ, ਜਿਵੇਂ ਆਮ ਲੋਕ ਇੱਕ ਕਹਾਵਤ ਵੀ ਪੜ੍ਹਦੇ ਹੁੰਦੇ ਨੇ, ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ। ਹੁਣ ਪੁੱਤਰ ਮੇਵਾ ਥੋੜ੍ਹਾ ਆਵੇ ਖਾਣ ਵਾਲਾ, ਜਿਵੇਂ ਸੁੱਕੇ ਮੇਵੇ ਹੁੰਦੇ ਨੇ, ਬਦਾਮ ਗਿਰੀਆਂ ਕਾਜੂ ਆਦਿ। ਪੁੱਤਰ ਖਾਣ ਵਾਲੀ ਚੀਜ਼ ਥੋੜ੍ਹਾ ਵੀ ਜਿਹੜਾ ਮਿੱਠਾ ਹੈ। ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਕਿਹਾ ਜਾਂਦਾ। ਉਹਦਾ ਭਾਵ ਹੁੰਦਾ ਵੀ ਪੁੱਤਰ ਆਪਣੀ ਮਾਂ ਨੂੰ ਵੱਧ ਪਿਆਰਾ ਹੁੰਦਾ ਹੈ, ਤਾਂ ਕਰਕੇ ਉਹਨੂੰ ਮਿੱਠੜਾ ਮੇਵਾ ਕਿਹਾ ਹੈ। ਜਿਹੜਾ ਵੀ ਪਦਾਰਥ ਦੁਨੀਆ ਦਾ ਮਨ ਨੂੰ ਚੰਗਾ ਲੱਗੇ ਨਾ, ਉਹ ਮਨੁੱਖ ਦੇ ਲਈ ਮਿੱਠਾ ਹੁੰਦਾ। ਮਿੱਠਾ ਸੋ ਜੋ ਭਾਵਦਾ, ਜੋ ਵੀ ਮਨ ਨੂੰ ਭਾਉਂਦਾ ਉਹ ਪਦਾਰਥ ਮਿੱਠਾ ਹੈ। ਸੱਜਣ ਸੋ ਜੇ ਰਾਸ, ਸੱਜਣ ਉਹ ਹੁੰਦਾ ਹੈ ਜਿਹੜਾ ਸਹੀ ਰਸਤਾ ਦਿਖਾਵੇ, ਜਿਹੜਾ ਸੱਜਣਤਾਈ ਚੰਗੇ ਤਰੀਕੇ ਨਾਲ ਨਿਭਾਵੇ, ਜੋ ਸਹਾਇਤਾ ਕਰੇ, ਬਿਪਤਾ ਵੇਲੇ ਵੀ ਕੰਮ ਦੇਵੇ, ਉਹ ਅਸਲੀ ਸੱਜਣ ਹੁੰਦਾ ਹੈ। ਨਾਨਕ ਗੁਰਮੁਖ ਜਾਣੀਐ, ਜਾ ਕੋ ਆਪ ਕਰੇ ਪਰਗਾਸ। ਇਸੇ ਤਰ੍ਹਾਂ ਗੁਰਮੁਖ ਉਸ ਨੂੰ ਜਾਣਨਾ ਚਾਹੀਦਾ ਜਿਸ ਦੇ ਉੱਪਰ ਪ੍ਰਮਾਤਮਾ ਆਪ ਕਿਰਪਾ ਕਰੇ, ਉਸ ਦੇ ਹਿਰਦੇ ਅੰਦਰ ਚਾਨਣ ਕਰ ਦੇਵੇ ਗੁਰਬਾਣੀ ਦਾ। ਪੌੜੀ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ। ਪ੍ਰਭੂ ਚਰਨਾਂ ਦੇ ਵਿੱਚ ਸਾਡੀ ਅਰਦਾਸ ਹੈ ਕਿ ਹੇ ਸੱਚੇ ਪਾਤਸ਼ਾਹ ਤੂੰ ਸੱਚਾ ਮਾਲਕ ਹੈ, ਤੂੰ ਸਾਰਿਆਂ ਦਾ ਮਾਲਕ ਹੈ, ਸਾਈਂ ਹੈ।
ਤੇਰੇ ਪਾਸ ਸਾਡੀ ਜਨਾਂ ਦੀ ਸੇਵਕਾਂ ਦੀ ਅਰਦਾਸ ਹੈ। ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ। ਤੂੰ ਸਦਾ ਹੀ ਸਦਾ ਰਖਵਾਲਾ ਹੈ, ਅਸੀਂ ਤੈਨੂੰ ਧਿਆਉਂਦੇ ਹਾਂ, ਯਾਦ ਕਰਦੇ ਹਾਂ। ਜੀ ਅਜੰਤ ਸਭ ਤੇਰੇ ਆ ਤੂੰ ਰਹਿਆ ਸਮਾਈ। ਜਿਤਨੇ ਵੀ ਜੀਵ ਜੰਤੂ ਹਨ ਸੰਸਾਰ ਤੇ, ਜਿਤਨੇ ਵੀ ਜੀਵ ਨੇ ਸਭ ਤੇਰੇ ਹੀ ਰਚੇ ਹੋਏ ਬਣਾਏ ਹੋਏ ਹਨ, ਸਭਨਾਂ ਦੇ ਵਿੱਚ ਤੂੰ ਰਮਿਆ ਹੋਇਆ ਹੈ। ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ। ਜਿਹੜੇ ਵੀ ਲੋਕ ਤੇਰੇ ਦਾਸਾਂ ਦੀ, ਸੇਵਕਾਂ ਦੀ, ਪਿਆਰਿਆਂ ਦੀ, ਸੰਤ ਮਹਾਤਮਾ ਦੀ, ਭਗਤਾਂ ਦੀ ਨਿੰਦਿਆ ਕਰਦੇ ਨੇ, ਉਹਨਾਂ ਨੂੰ ਆਪ ਜੀ ਮਾਰ ਮੁਕਾਉਂਦੇ ਹੋ, ਮਾਰ ਪਹੁੰਚਾਉਂਦੇ ਹੋ, ਮਾਰ ਕੇ ਨਰਕਾਂ ਦੇ ਵਿੱਚ ਪਹੁੰਚਾ ਦਿੰਦੇ ਹੋ। ਨਰਕਾਂ ਦੇ ਵਿੱਚ ਜਿਹੜੇ ਲੋਕ ਨਿੰਦਿਆ ਕਰਦੇ ਨੇ ਤੇਰੇ ਪਿਆਰਿਆਂ ਦੀ। ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ। ਮਹਾਰਾਜ ਜੀ ਕਹਿੰਦੇ ਭਾਈ ਚਿੰਤਾ ਨੂੰ ਛੱਡ ਕੇ ਅਚਿੰਤ ਰਹੋ, ਬਿਲਕੁਲ ਬੇਫਿਕਰ ਰਹੋ। ਕਿਵੇਂ ਬੇਫਿਕਰ ਰਹੀਦਾ ਚਿੰਤਾ ਨੂੰ ਛੱਡ ਕੇ? ਨਾਨਕ ਲਗ ਪਾਈ। ਗੁਰੂ ਦੇ ਚਰਨਾਂ ਨਾਲ ਲੱਗ ਕੇ ਚਿੰਤਾ ਤੋਂ ਰਹਿਤ ਹੋਈਦਾ ਹੈ। ਸ਼ਲੋਕ ਮਹੱਲਾ ਤੀਜਾ। ਆਸਾ ਕਰਤਾ ਜਗ ਮੁਆ ਆਸਾ ਮਰੈ ਨਾ ਜਾਏ। ਸਾਰਾ ਜਗਤ ਹੀ ਭਾਈ ਆਸਾ ਕਰਦਾ, ਮਨ ਵਿੱਚ ਆਸਾ ਰੱਖਣੀਆਂ ਵੀ ਆਹ ਵੀ ਮਿਲ ਜਾਏ, ਉਹ ਵੀ ਪ੍ਰਾਪਤ ਹੋ ਜਾਵੇ। ਇੱਦਾਂ ਦੀਆਂ ਜਿਹੜੀਆਂ ਸੰਕਲਪ ਵਿਕਲਪ ਹਨ ਇਹ ਪੈਦਾ ਹੁੰਦੇ ਰਹਿੰਦੇ ਨੇ ਮਨੁੱਖ ਦੇ ਮਨ ਅੰਦਰ। ਆਸਾ ਕਰਤਾ ਜਗ ਮੁਆ, ਸਾਰਾ ਜਗਤ ਹੀ ਆਸਾ ਦੇ ਵਿੱਚ ਮਰ ਰਿਹਾ ਹੈ, ਪਰ ਆਸਾ ਨਹੀਂ ਮਰਦੀ ਹੈ। ਨਾਨਕ ਆਸਾ ਪੂਰੀਆ ਸੱਚੇ ਸਿਉ ਚਿਤ ਲਾਏ। ਸਾਰੀਆਂ ਹੀ ਆਸਾ ਪੂਰੀਆਂ ਹੋ ਜਾਂਦੀਆਂ ਹਨ ਜੇਕਰ ਸੱਚੇ ਪਰਮੇਸ਼ਰ ਦੇ ਨਾਲ ਚਿੱਤ ਲਾ ਲਈਏ। ਮਹੱਲਾ ਤੀਜਾ। ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ। ਮਹਾਰਾਜ ਜੀ ਆਸਾ ਨੂੰ ਮਾਰਿਆ ਵੀ ਜਾ ਸਕਦਾ ਮਨ ਦੇ ਅੰਦਰੋਂ। ਸਤਿਗੁਰੂ ਜੀ ਕਹਿੰਦੇ ਹਾਂ ਇੱਕੋ ਤਰੀਕਾ ਹੈ। ਆਸਾ ਮਨਸਾ ਮਰ ਜਾਏ ਸੀ, ਆਸਾ ਤੇ ਮਨਸਾ ਸਾਰੀਆਂ ਮਰ ਜਾਂਦੀਆਂ ਹਨ। ਕਦੋਂ? ਜਿਨ ਕੀਤੀ ਸੋ ਲੈ ਜਾਏ। ਜਿਸ ਪ੍ਰਮਾਤਮਾ ਨੇ ਆਸਾ ਮਨਸਾ ਬਣਾਈ ਹੈ, ਰਚੀ ਹੈ, ਜੇ ਉਹੀ ਲੈ ਜਾਵੇ। ਨਾਨਕ ਨਿਹਚਲ ਕੋ ਨਹੀਂ ਬਾਜੋ ਹਰ ਕੈ ਨਾਏ। ਕਿਉਂਕਿ ਇੱਕ ਪ੍ਰਮਾਤਮਾ ਤੇ ਉਸ ਦੇ ਨਾਮ ਤੋਂ ਬਿਨਾਂ ਕੋਈ ਵੀ ਸਥਿਰ ਰਹਿਣ ਵਾਲਾ ਨਹੀਂ, ਸਭ ਕੁਝ ਨਾਸ਼ਵੰਤ ਹੈ। ਆਸਾ ਮਨਸਾ ਵੀ ਨਾਸ਼ਵੰਤ ਹਨ, ਪਰ ਆਪਣੇ ਤੋਂ ਨਹੀਂ ਇਹ ਮਰਦੀਆਂ। ਕੇਵਲ ਤੇ ਕੇਵਲ ਉਹ ਪ੍ਰਮਾਤਮਾ ਹੀ ਇਹਨਾਂ ਨੂੰ ਖਤਮ ਕਰ ਸਕਦਾ ਹੈ, ਕਿਉਂਕਿ ਉਹ ਨਿਹਚਲ ਹੈ, ਚਲਾਇਮਾਨ ਤੋਂ ਰਹਿਤ ਹੈ। ਸਾਰੇ ਜਗਤ ਦੇ ਪਦਾਰਥ ਨਾਸ਼ਵੰਤ ਹਨ, ਚਲਾਇਮਾਨ ਹਨ। ਨਾਨਕ ਨਿਹਚਲ ਕੋ ਨਹੀਂ ਬਾਝੋ ਹਰ ਕੈ ਨਾਏ। ਨਾਮ ਤੋਂ ਬਿਨਾਂ ਸਭ ਕੁਝ ਹੀ ਭਾਈ ਨਾਸ਼ਵੰਤ ਹੈ। ਇਸ ਕਰਕੇ ਉਹ ਪ੍ਰਮਾਤਮਾ ਸਦਾ ਰਹਿਣ ਵਾਲਾ ਸਦੀਵ ਕਾਲ ਹੈ। ਔੜੀ ਆਪੇ ਜਗਤ ਉਪਾਇਓ ਕਰ ਪੂਰਾ ਥਾਟ। ਆਪ ਹੀ ਉਸ ਪਰਮੇਸ਼ਰ ਨੇ ਜਗਤ ਪੈਦਾ ਕੀਤਾ ਹੈ ਆਪਣਾ ਥਾਟ ਬਣਾ ਕੇ। ਆਪੇ ਸਾਹੋ ਆਪੇ ਵਣਜਾਰਾ ਆਪੇ ਹੀ ਹਰ ਹਾਟ। ਆਪ ਹੀ ਗੁਰੂ ਰੂਪ ਹੋ ਕੇ ਸ਼ਾਹੂਕਾਰ ਹੋ ਰਿਹਾ ਹੈ। ਗੁਰੂ ਰੂਪ ਸ਼ਾਹੂਕਾਰ ਵੀ ਪਰਮੇਸ਼ਰ ਆਪ ਹੈ, ਤੇ ਸਿੱਖ ਰੂਪ ਜਗਿਆਸੂ ਜਿਹੜਾ ਹੁੰਦਾ ਹੈ ਨਾ ਗੁਰੂ ਦੇ ਨਾਲ ਜੁੜਿਆ ਹੋਇਆ, ਤੇ ਉਸੇ ਤਰ੍ਹਾਂ ਉਹ ਵਣਜਾਰਾ ਵੀ ਆਪ ਹੈ। ਸਿੱਖ ਰੂਪ ਹੋ ਕੇ ਵਣਜਾਰਾ ਹੋ ਰਿਹਾ, ਖਰੀਦਦਾਰ ਹੋ ਰਿਹਾ। ਸ਼ਾਹੂਕਾਰ ਦੇ ਨਾਲ ਜਿਹੜਾ ਖਰੀਦਦਾਰ ਇਹਦਾ ਵਪਾਰ ਹੁੰਦਾ ਹੈ, ਤੇ ਸਿੱਖ ਦਾ ਤੇ ਗੁਰੂ ਦਾ ਵੀ ਆਪਸੀ ਭਾਈ ਸ੍ਰੇਸ਼ਟ ਗੁਣਾਂ ਦਾ ਵਪਾਰ ਹੁੰਦਾ ਹੈ। ਗੁਰੂ ਸ਼ਾਹੂਕਾਰ ਹੈ ਤੇ ਸਿੱਖ ਵਣਜਾਰਾ ਹੈ। ਆਪੇ ਹੀ ਹਰ ਹਾਟ। ਤੇ ਹੱਟੀ ਕਿਹੜੀ ਹੈ? ਸਤ ਸੰਗਤ ਰੂਪ ਹੱਟੀ। ਕਹਿੰਦੇ ਸਤ ਸੰਗਤ ਰੂਪੀ ਹੱਟੀ ਵੀ ਪਰਮੇਸ਼ਰ ਤੂੰ ਆਪ ਹੀ ਹੋ ਰਿਹਾ ਹੈ। ਆਪੇ ਸਾਗਰ ਆਪੇ ਬੋਹਿਥਾ ਆਪੇ ਹੀ ਖੇਵਾਟ। ਆਪ ਹੀ ਸਮੁੰਦਰ ਦੀ ਨਿਆਈ ਹੈ, ਆਪ ਹੀ ਜਹਾਜ਼ ਦੀ ਨਿਆਈ ਹੈ, ਤੇ ਆਪ ਹੀ ਖੇਵਾਟ ਆਪ ਹੀ ਮਲਾਹ ਹੈ, ਇਸ ਬੇੜੇ ਨੂੰ ਜਹਾਜ਼ ਨੂੰ ਚਲਾਉਣ ਵਾਲਾ। ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ। ਆਪ ਹੀ ਗੁਰੂ ਹੈ, ਚੇਲਾ ਹੈ ਆਪੇ, ਚੇਲਾ ਵੀ ਆਪ ਹੀ ਹੈ। ਗੁਰੂ ਵੀ ਆਪ ਹੋ ਰਿਹਾ ਹੈ, ਚੇਲਾ ਦੀ ਨਿਆਈ ਵੀ ਆਪ ਹੋ ਰਿਹਾ ਹੈ,
ਤੇ ਆਪੇ ਦੱਸੇ ਘਾਟ। ਘਾਟ ਜਿਹੜਾ ਕਿਨਾਰਾ ਹੈ ਜਿੱਥੇ ਬੇੜਾ ਪ੍ਰਾਪਤ ਹੋਣਾ ਪੱਤਨ ਨੂੰ ਪਾਰ ਕਰਨ ਵਾਸਤੇ, ਉਸ ਦੇ ਬਾਰੇ ਦੱਸਣ ਵਾਲਾ ਵੀ ਆਪ ਹੈ। ਜਨ ਨਾਨਕ ਨਾਮ ਧਿਆਏ ਤੂੰ, ਸਭ ਕਿਲ ਵਿਖ ਕਾਟ ਸੁਧ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਜੀਵ ਤੂੰ ਨਾਮ ਧਿਆਇਆ ਕਰ, ਜਿਸ ਦੇ ਕਰਕੇ ਤੇਰੇ ਵਿਸ਼ੇਸ਼ ਜਿਹੜੇ ਕਿਲ ਵਿਖ ਪਾਪ ਹਨ ਉਹ ਕੱਟੇ ਜਾਣਗੇ ਨਾਮ ਦੇ ਨਾਲ। ਮਨ ਪਵਿੱਤਰ ਹੋ ਜਾਏਗਾ, ਹਿਰਦਾ ਸ਼ੁੱਧ ਹੋ ਜਾਏਗਾ, ਨਾਮ ਜਪਿਆ ਕਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ, ਸਾਰੇ ਕਿਲ ਵਿਖ ਪਾਪ ਕੱਟੇ ਜਾਣਗੇ, ਸ਼ੁੱਧ ਹੋ ਜਾਵੇਂਗਾ, ਨਿਰਮਲ ਬਣ ਜਾਏਗਾ। ਤੇ ਇੱਥੇ ਸੁੱਧ ਦਾ ਭਾਵ ਕਿ ਇਹ ਭਾਈ ਗੁਰੂ ਦੀ ਜਿਹੜੀ ਬਾਣੀ ਹੈ ਇਹ ਸ਼ੁੱਧ ਹੈ। ਇਸ ਨੂੰ ਸ਼ੁੱਧ ਕਰਨ ਵਾਸਤੇ ਕੋਈ ਕਲਮ ਨਾ ਚੁੱਕੇ, ਆਪਣੀ ਮਤ ਨਾ ਵਰਤੇ ਵੀ ਆ ਇਦਾਂ ਲਿਖਣਾ ਚਾਹੀਦਾ ਸੀ। ਜਿਵੇਂ ਰਾਮ ਰਾਏ ਕਹਿੰਦਾ ਸੀ ਇੱਥੇ ਮੁਸਲਮਾਨ ਦੀ ਥਾਂ ਤੇ ਬੇਈਮਾਨ ਲਿਖਣਾ ਸੀ, ਔਰੰਗਜ਼ੇਬ ਜੀ ਗੁਰੂ ਨਾਨਕ ਦੇਵ ਜੀ ਨੂੰ ਭੁਲੇਖਾ ਲੱਗ ਗਿਆ ਹੋਏਗਾ। ਇੱਥੇ ਗਲਤੀ ਹੋ ਗਈ ਹੈ, ਮੁਸਲਮਾਨ ਨੇ ਬੇਈਮਾਨ ਲਿਖਣਾ ਸੀ। ਇਹਨਾਂ ਦੇ ਜਿਹੜੇ ਕੱਚ ਘਰੜ ਗਿਆਨੀ ਹਨ ਕਿ ਕੋਈ ਐਸਾ ਨਾ ਪੈਦਾ ਹੋਵੇ ਕਿ ਆਪਣੀਆਂ ਕਲਮਾਂ ਚੁੱਕ ਕੇ ਗੁਰਬਾਣੀ ਨੂੰ ਸ਼ੁੱਧ ਕਰਨਾ ਚਾਹਵੇ। ਜਿਵੇਂ ਅੱਜ ਲੋਕ ਸ਼ੰਕੇ ਪੈਦਾ ਕਰਦੇ ਪਏ ਨੇ ਗੁਰਬਾਣੀ ਉੱਪਰ, ਇਹੋ ਜਿਹੇ ਨੂੰ ਮਹਾਰਾਜ ਸਾਹਿਬ ਜੀ ਇਹ ਕਹਿੰਦੇ ਨੇ ਕਿ ਬਾਣੀ ਸ਼ੁੱਧ ਹੈ, ਇਹ ਸ਼ੁੱਧ ਕਰ ਦੇਣ ਵਾਲੀ ਹੈ ਤੇ ਗੁਰਬਾਣੀ ਨੂੰ ਸ਼ੁੱਧ ਕਰਨ ਦੀ ਜ਼ਰੂਰਤ ਨਹੀਂ, ਗੁਰਬਾਣੀ ਆਪਣੇ ਆਪ ਵਿੱਚ ਸ਼ੁੱਧ ਹੈ। ਆਮ ਕਈ ਪਾਠੀ ਵੀ ਅਰਦਾਸ ਕਰਦੇ ਹਨ ਕਿ ਮਹਾਰਾਜ ਬਾਣੀ ਸੋਧ ਕੇ ਸੱਚਖੰਡ ਵਿੱਚ ਪ੍ਰਵਾਨ ਕਰਨੀ। ਠੀਕ ਨਹੀਂ ਹੈ, ਬਾਣੀ ਤਾਂ ਆਈ ਸੱਚਖੰਡ ਦੇ ਵਿੱਚੋਂ ਹੈ, ਬਾਣੀ ਨੂੰ ਥੋੜੋ ਸੱਚਖੰਡ ਵਿੱਚ ਪ੍ਰਵਾਨ ਕਰਾਉਣਾ। ਇਹ ਕਹਿਣਾ ਕਿ ਮਹਾਰਾਜ ਸਾਨੂੰ ਪ੍ਰਵਾਨ ਕਰੋ ਸੱਚਖੰਡ ਵਿੱਚ, ਬਾਣੀ ਤਾਂ ਆਈ ਹੋਈ ਸੱਚਖੰਡ ਵਿੱਚੋਂ ਹੈ, ਗੁਰਬਾਣੀ ਨੂੰ ਹੀ ਸੱਚਖੰਡ ਵਿੱਚ ਪ੍ਰਵਾਨ ਕਰਾਈ ਜਾਂਦੇ ਆ। ਗੁਰਬਾਣੀ ਤਾਂ ਖੁਦ ਹੀ ਸੱਚਖੰਡ ਰੂਪ ਹੈ, ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਦੇ ਵਿੱਚੋਂ ਆਈ ਹੋਈ ਬਾਣੀ ਨੂੰ ਹੀ ਵਾਪਸ ਸੱਚਖੰਡ ਭੇਜੀ ਜਾਂਦੇ ਕਿ ਮਹਾਰਾਜ ਸੱਚਖੰਡ ਦੇ ਵਿੱਚ ਹੀ ਪ੍ਰਵਾਨ ਕਰ ਲਓ ਬਾਣੀ ਨੂੰ। ਨਹੀਂ, ਭੁੱਲਾਂ ਚੁੱਕਾਂ ਦੀ ਮਾਫੀ ਮੰਗ ਲੈਣੀ ਚਾਹੀਦੀ। ਮਹਾਰਾਜ ਸਾਡੇ ਤੋਂ ਬਾਣੀ ਪੜ੍ਹਦਿਆਂ ਕੋਈ ਭੁੱਲਾਂ ਗਲਤੀਆਂ ਹੋ ਗਈਆਂ, ਆਪ ਜੀ ਮਾਫ ਕਰੋ। ਜੇ ਇਹ ਕਹਿਣਾ ਜੀ ਸੋਧ ਕੇ ਸੱਚਖੰਡ ਦੇ ਵਿੱਚ ਪ੍ਰਵਾਨ ਕਰਨੀ, ਇਹ ਠੀਕ ਨਹੀਂ ਸ਼ਬਦ। ਗੁਰੂ ਸਾਹਿਬ ਜੀ ਇੱਥੇ ਸ਼ੁੱਧ ਦਾ ਭਾਵ ਬਖਸ਼ਿਸ਼ ਕਰਦੇ ਨੇ ਕਿ ਬਾਣੀ ਸ਼ੁੱਧ ਹੈ, ਜੋ ਪੜ੍ਹੇਗਾ ਉਹ ਵੀ ਸ਼ੁੱਧ ਹੋ ਜਾਏਗਾ। ਰਾਗ ਗੁਜਰੀ ਵਾਰ ਮਹੱਲਾ ਪੰਜਵਾ। ਰਾਗ ਗੂਜਰੀ ਵਾਰ, ਗੂਜਰੀ ਕੀ ਵਾਰ ਦੇ ਇਹ ਦੂਸਰੀ ਵਾਰ ਹੈ। ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਪਾਤਸ਼ਾਹ ਜੀ ਮੰਗਲ ਕਰਦੇ ਹਨ ਆਰੰਭ ਵਿੱਚ ਉਸ ਪ੍ਰਮਾਤਮਾ ਕਾਲ ਪੁਰਖ ਦਾ, ਇੱਕ ਅਦੁੱਤੀ ਪ੍ਰਮਾਤਮਾ ਓੰਕਾਰ ਸਰਬ ਵਿਆਪਕ ਸਤ ਚੇਤਨ ਆਨੰਦ ਸਰੂਪ ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਮਹੱਲਾ ਪੰਜਵਾ। ਇਸ ਵਾਰ ਦੇ ਅੰਦਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀਆਂ ਹੀ ਪੌੜੀਆਂ ਆਉਣਗੀਆਂ। ਜਦੋਂ ਜਿਹੜੀ ਵੀ ਵਾਰ ਹੋਵੇ ਨਾ, 22 ਵਾਰਾਂ ਨੇ, 22 ਵਾਰਾਂ ਦੇ ਵਿੱਚ ਜੋ ਵੀ ਪਹਿਲੇ ਨੰਬਰ ਤੇ ਸਿਰਲੇਖ ਦੇ ਵਿੱਚ ਅੰਕ ਆਇਆ ਹੈ ਜਿਸ ਵੀ ਪਾਤਸ਼ਾਹ ਦਾ, ਸਾਰੀਆਂ ਪੌੜੀਆਂ ਉਸੇ ਪਾਤਸ਼ਾਹ ਦੀਆਂ ਹੁੰਦੀਆਂ ਹਨ। ਵਿੱਚ ਸ਼ਲੋਕ ਜਾਂ ਮਹੱਲੇ ਦੂਸਰੇ ਗੁਰੂਆਂ ਦੇ ਜੋੜੇ ਗਏ ਹੁੰਦੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ, ਪਰ ਜਿਹੜੀਆਂ ਪੌੜੀਆਂ ਹਨ ਉਸੇ ਗੁਰੂ ਦੀਆਂ ਹੁੰਦੀਆਂ ਨੇ। ਜਿਵੇਂ ਪਹਿਲੀ ਵਾਰ ਸੀ ਉਹਦੇ ਵਿੱਚ ਤੀਸਰੇ ਪਾਤਸ਼ਾਹ ਜੀ ਮਹਾਰਾਜ ਦੀਆਂ ਹੀ ਸਾਰੀਆਂ ਪੌੜੀਆਂ ਆਈਆਂ, ਤੇ ਇੱਥੇ ਹੁਣ ਮਹਾਰਾਜ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਹੀ ਸਾਰੀਆਂ ਪੌੜੀਆਂ ਉਚਾਰਨ ਕਰਨਗੇ। ਸ਼ਲੋਕ ਵੀ ਪਹਿਲਾ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ। ਸਿੱਖਾਂ ਪੁੱਛਿਆ ਮਹਾਰਾਜ ਕਿਰਪਾ ਕਰਕੇ ਸਾਨੂੰ ਦੱਸੋ ਬਈ ਦਰਗਾਹ ਦੇ ਵਿੱਚ ਥਾਂ ਕਿਹਨੂੰ ਮਿਲਦੀ ਹੈ, ਸੱਚੀ ਦਰਗਾਹ ਦੇ ਵਿੱਚ ਕਿਹਨੂੰ ਠਿਕਾਣਾ ਪ੍ਰਾਪਤ ਹੁੰਦਾ ਏ, ਕਿਹਦਾ ਉੱਥੇ ਵਾਸ ਹੁੰਦਾ ਏ, ਸਾਨੂੰ ਦੱਸੋ। ਗੁਰੂ ਸਾਹਿਬ ਜੀ ਕਹਿੰਦੇ ਅੰਤਰ ਗੁਰ ਆਰਾਧਨਾ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਗੁਰੂ ਦੀ ਆਰਾਧਨਾ ਕੀਤੀ ਹੈ। ਜਿਹਵਾ ਜਪ ਗੁਰ ਨਾਮ, ਜਿਨ੍ਹਾਂ ਨੇ ਜਪਿਆ ਹੈ ਨਾਮ ਨੂੰ ਰਸਨਾ ਦੇ ਨਾਲ।
ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ। ਆਪਣੇ ਨੇਤਰਾਂ ਦੇ ਨਾਲ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਹਨ, ਤੇ ਸ਼ਰਵਣੀ ਸੁਣਨਾ ਗੁਰ ਨਾਉ, ਕੰਨਾਂ ਦੇ ਨਾਲ ਜੋ ਗੁਰੂ ਦੇ ਨਾਮ ਨੂੰ ਸੁਣਦੇ ਨੇ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਉਹ ਸਤਿਗੁਰਾਂ ਦੇ ਚਰਨਾਂ ਦੇ ਨਾਲ ਰੰਗੇ ਹੋਏ ਨੇ, ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਸੇਵਕ ਹਨ ਉਹ, ਤੇ ਦਰਗਹਿ ਪਾਈਐ ਠਾਉ, ਉਹ ਦਰਗਾਹ ਦੇ ਵਿੱਚ ਥਾਂ ਪ੍ਰਾਪਤ ਕਰਦੇ ਨੇ। ਇਹ ਮਹਾਰਾਜ ਸਾਹਿਬ ਜੀ ਨੇ ਦੱਸਿਆ ਹੈ ਕਿ ਹਿਰਦੇ ਵਿੱਚ ਉਸ ਦੀ ਅਰਾਧਨਾ ਕਰਨੀ, ਰਸਨਾ ਦੇ ਨਾਲ ਨਾਮ ਜਪਣਾ, ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਨੇ, ਕੰਨਾਂ ਦੇ ਨਾਲ ਗੁਰੂ ਕੇ ਨਾਮ ਨੂੰ, ਬਾਣੀ ਨੂੰ ਸੁਣਨਾ। ਇਹ ਜਿਨ੍ਹਾਂ ਦੇ ਵਿੱਚ ਗੁਣ ਹਨ ਉਹ ਸੱਚਖੰਡ ਦੇ ਵਿੱਚ, ਦਰਗਾਹ ਦੇ ਵਿੱਚ ਥਾਂ ਦੀ ਪ੍ਰਾਪਤੀ ਕਰ ਲੈਂਦੇ ਨੇ। ਇਤਿਹਾਸ ਵਿੱਚ ਜੇਕਰ ਆਉਂਦਾ, ਭਾਈ ਡੱਲਾ ਸ਼ਸਤਰਧਾਰੀ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕਰਦਾ। ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਮਹਾਰਾਜ ਸਾਹਿਬ ਜੀ ਗਏ ਨੇ, ਤੇ ਇੱਕ ਦਿਨ ਪਹਿਰਾ ਲਗਾ ਰਿਹਾ ਸੀ, ਪੈਰੇ ਤੇ ਖੜੋਤਾ ਹੋਇਆ, ਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਵਾਜ਼ ਦੇ ਕੇ ਪੁੱਛਿਆ ਕਿ ਭਾਈ ਪਹਿਰੇ ਤੇ ਕੌਣ ਹੈ? ਤੇ ਭਾਈ ਡੱਲੇ ਨੇ ਆਵਾਜ਼ ਦਿੱਤੀ, ਮਹਾਰਾਜ ਤੁਹਾਡਾ ਸੇਵਕ ਡੱਲਾ ਪਹਿਰੇ ਤੇ ਅੱਜ ਖੜੋਤਾ ਹੋਇਆ। 5 ਵਾਰ ਮਹਾਰਾਜ ਨੇ ਪੁੱਛਿਆ, 5 ਵਾਰ, ਤੇ ਭਾਈ ਡੱਲਾ ਜੀ ਨੇ ਆਵਾਜ਼ ਦਿੱਤੀ। ਤੇ ਅਗਲੇ ਦਿਨ ਹੀ ਮਹਾਰਾਜ ਸਾਹਿਬ ਜੀ ਦੀਵਾਨ ਦੇ ਵਿੱਚ ਬੁਲਾ ਕੇ ਕਹਿਣ ਲੱਗੇ, ਭਾਈ ਡੱਲਿਆ ਅਸੀਂ ਤੇਰੇ ਤੇ ਬੜੇ ਖੁਸ਼ ਹਾਂ, ਕੁਝ ਮੰਗ, ਕੁਝ ਵੀ ਮੰਗ ਲੈ। ਕਹਿੰਦਾ ਜੀ ਮੈਨੂੰ ਸੱਚਖੰਡ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ। ਗੁਰੂ ਸਾਹਿਬ ਜੀ ਕਹਿੰਦੇ ਜੇ ਪੀੜੀ ਜਿੰਨੀ ਥਾਂ ਪ੍ਰਾਪਤ ਕਰਨੀ ਹੈ ਨਾ, ਤੇ ਖੰਡੇ ਕੀ ਪੌਲ ਛਕੋ, ਖੰਡੇ ਦਾ ਅੰਮ੍ਰਿਤ ਛਕੋ। ਕਹਿੰਦਾ ਮਹਾਰਾਜ ਛਕਿਆ ਹੀ ਹੋਇਆ ਹੈ, ਛਕਿਆਂ ਵਰਗਾ ਹੀ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਛਕਿਆਂ ਵਰਗਾ ਹੀ ਆ ਮਹਾਰਾਜ। ਕਿਵੇਂ ਭਾਈ ਡੱਲਿਆ? ਕਹਿੰਦਾ ਜੀ ਇਹ ਤੁਹਾਡਾ ਸ਼ੀਤ ਪ੍ਰਸਾਦ ਛਕੀਦਾ, ਤੁਹਾਡੇ ਜੂਠੇ ਬਰਤਨਾਂ ਦੇ ਵਿੱਚ ਪ੍ਰਸ਼ਾਦਾ ਛਕ ਲਈਦਾ, ਇਹ ਅੰਮ੍ਰਿਤ ਹੀ ਹੈ। ਮਹਾਰਾਜ ਕਹਿੰਦੇ ਨੇ ਖੰਡੇ ਵਾਲਾ ਅੰਮ੍ਰਿਤ, ਜਿਹੜਾ ਖੰਡੇ ਦਾ ਅੰਮ੍ਰਿਤ ਨਾ ਤਿਆਰ ਕੀਤਾ ਹੋਇਆ, ਉਹ ਛਕਣਾ ਹੈ। ਤੇ ਫਿਰ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਉੱਦਾਂ ਨਹੀਂ ਥਾਂ ਪ੍ਰਾਪਤ ਹੁੰਦੀ? ਕਹਿੰਦੇ ਨਹੀਂ, ਜੇ ਖੰਡੇ ਵਾਲਾ ਅੰਮ੍ਰਿਤ ਛਕੀਏ ਤੇ ਸੱਚਖੰਡ ਵਿੱਚ ਥਾਂ ਮਿਲਦੀ ਹੈ। ਤੇ ਫਿਰ ਤਿਆਰੀ ਕੀਤੀ ਪਰਿਵਾਰ ਸਮੇਤ, ਤੇ ਨਾਲ 100 ਪ੍ਰਾਣੀ ਹੋਰ ਤਿਆਰ ਕੀਤਾ, 100 ਪ੍ਰਾਣੀ ਨਾਲ ਤਿਆਰ ਕੀਤਾ, ਤੇ ਫਿਰ ਅੰਮ੍ਰਿਤ ਛਕਿਆ ਦਮਦਮਾ ਸਾਹਿਬ ਕਲਗੀਧਰ ਪਿਤਾ ਜੀ ਤੋਂ। ਤੇ ਉਸ ਤੋਂ ਬਾਅਦ ਖੁਸ਼ ਹੋ ਕੇ ਮਹਾਰਾਜ ਨੇ ਗਲ ਬੱਕੜੀ ਵਿੱਚ ਲੈ ਕੇ ਭਾਈ ਡੱਲੇ ਨੂੰ ਡੱਲਾ ਸਿੰਘ ਬਣਾਇਆ, ਤੇ ਕਿਹਾ ਕਿ ਭਾਈ ਹੁਣ ਤੂੰ ਸਾਰੇ ਪਰਿਵਾਰ ਸਮੇਤ ਹੀ ਸੱਚਖੰਡ ਵਿੱਚ ਜਾਏਂਗਾ। ਇਹ ਬਖਸ਼ਿਸ਼ਾਂ ਕੀਤੀਆਂ ਸੀ, ਬੜੀਆਂ ਨਿਸ਼ਾਨੀਆਂ ਵੀ ਮਹਾਰਾਜ ਸਾਹਿਬ ਨੇ ਦਿੱਤੀਆਂ। ਅੱਜ ਵੀ ਭਾਈ ਡੱਲਾ ਸਿੰਘ ਦੇ ਘਰ ਦਮਦਮਾ ਸਾਹਿਬ ਗੁਰੂ ਕੀਆਂ ਨਿਸ਼ਾਨੀਆਂ ਸਾਂਭੀਆਂ ਹੋਈਆਂ ਹਨ ਉਹਨਾਂ ਦੀ ਵੰਸ਼ ਵੱਲੋਂ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਦਰਗਾਹ ਦੇ ਵਿੱਚ ਥਾਂ ਦੇ ਦਿੰਦੇ ਨੇ। ਜਿਨ੍ਹਾਂ ਵੀ ਹਿਰਦੇ ਕਰਕੇ ਪਰਮੇਸ਼ਰ ਨੂੰ ਆਰਾਧਿਆ ਹੈ। ਇਹ ਆਪਾਂ ਰਹਿਰਾਸ ਸਾਹਿਬ ਦੇ ਅੰਦਰ ਵੀ ਅਖੀਰਲੇ ਜਿਹੜੇ ਸ਼ਬਦ ਹਨ ਉੱਥੇ ਸ਼ਬਦ ਪੜ੍ਹਦੇ ਹਾਂ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਜਿਨ੍ਹਾਂ ਨੇ ਭਾਈ ਇਹ ਸਭ ਜਿਹੜੇ ਗੁਣ ਦੱਸੇ ਹਨ, ਧਾਰਨ ਕੀਤੇ ਨੇ, ਉਹ ਦਰਗਾਹ ਵਿੱਚ ਥਾਂ ਪ੍ਰਾਪਤ ਕਰਦੇ ਹਨ। ਕਹੋ ਨਾਨਕ ਕਿਰਪਾ ਕਰੇ, ਜਿਸਨੋ ਇਹ ਵਤ ਦੇ। ਜਿਨ੍ਹਾਂ ਦੇ ਉੱਪਰ ਪਰਮੇਸ਼ਰ ਅਕਾਲ ਪੁਰਖ ਜੀ ਕਿਰਪਾ ਕਰਦੇ ਨੇ, ਉਹਨਾਂ ਨੂੰ ਇਹ ਵਸਤੂ ਪ੍ਰਾਪਤ ਹੁੰਦੀ ਹੈ। ਜਗ ਮਹਿ ਉੱਤਮ ਕਾਢੀ ਹੈ, ਵਿਰਲੇ ਕੇਈ ਕੇ। ਵਿਰਲੇ ਹੀ ਜਗਤ ਵਿੱਚ ਉੱਤਮ ਜਿਹੜੇ ਸ੍ਰੇਸ਼ਟ ਜਾਣੇ ਜਾਂਦੇ ਹਨ। ਵਿਰਲੇ ਵਿਰਲੇ ਮਨੁੱਖ ਜਗਤ ਦੇ ਵਿੱਚ ਵਿਰਲੇ ਵਿਰਲੇ ਹਨ ਜਿਹੜੇ ਸ੍ਰੇਸ਼ਟ ਮਹਾਤਮਾ ਮਹਾਂਪੁਰਸ਼ ਜਿਹੜੇ ਨਾਮ ਜਪਦੇ ਨੇ ਦਿਨ ਰਾਤ। ਬਹੁਤ ਘੱਟ ਨੇ, ਨਾਨਕ ਕੋਟਨ ਮੈਂ ਕੋ ਨਾਰਾਇਣ ਜਿਹ ਚੀਤ। ਮਹੱਲਾ ਪੰਜਵਾ। ਰਖੇ ਰਖਨਹਾਰ ਆਪ ਉਬਾਰਿਆ ਨਾ। ਪਰਮੇਸ਼ਰ ਆਪ ਹੀ ਰੱਖਣ ਵਾਲਾ ਹੈ, ਰੱਖਿਆ ਕਰਨ ਵਾਲਾ ਹੈ, ਆਪ ਹੀ ਬਚਾਉਣ ਵਾਲਾ ਹੈ ਸੰਸਾਰ ਵਿੱਚ ਡੁੱਬਣ ਤੋਂ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ। ਪਰਮਾਤਮਾ ਆਪਣੇ ਸੇਵਕਾਂ ਨੂੰ
ਜਿਹੜੇ ਨਾਮ ਜਪਦੇ ਨੇ, ਕੰਨਾਂ ਦੇ ਨਾਲ ਨਾਮ ਸੁਣਦੇ ਨੇ, ਹਿਰਦੇ ਕਰਕੇ ਆਰਾਧਦੇ ਨੇ, ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਦੇ ਨੇ, ਐਸੇ ਸੇਵਕਾਂ ਨੂੰ ਗੁਰੂ ਦੇ ਚਰਨੀ ਲਗਾ ਕੇ ਤੇ ਆਪ ਹੀ ਉਹਨਾਂ ਨੂੰ ਬਚਾਉਂਦਾ ਹੈ, ਤਾਰ ਲੈਂਦਾ ਹੈ, ਉਹਨਾਂ ਦੇ ਕਾਰਜ ਸਵਾਰਦਾ ਹੈ। ਹੋਆ ਆਪ ਦਇਆਲ ਮਨ ਹੋਣਾ ਵਿਸਾਰਿਆਨ। ਆਪ ਦਿਆਲੂ ਕਿਰਪਾਲੂ ਕਿਰਪਾ ਕਰਦਾ, ਉਹਨਾਂ ਨੂੰ ਮਨ ਵਿੱਚੋਂ ਵਿਸਾਰਦਾ ਨਹੀਂ। ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ। ਐਸੇ ਸਾਧੂ ਜਨਾਂ ਦੀ ਸੰਗਤ ਵਿੱਚ ਪਾ ਕੇ ਸੇਵਕਾਂ ਨੂੰ ਤਾਰ ਦਿੰਦਾ ਹੈ। ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ। ਜਿਹੜੇ ਸਾਖਤ ਹਨ, ਨਿੰਦਕ ਹਨ, ਉਹਨਾਂ ਦੇ ਦੁਸ਼ਟ ਹਨ, ਦੁਸ਼ਟਤਾਈ ਕਰਨ ਵਾਲੇ, ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਹਨ। ਗੁਰਬਾਣੀ ਵਿੱਚ ਸਾਧ ਸੰਗਤ ਜੀ ਉਹਨਾਂ ਨੂੰ ਸਾਖਤ ਲਿਖਿਆ ਹੈ, ਨਿੰਦਕ ਲਿਖਿਆ ਹੋਇਆ ਹੈ, ਉਹਨਾਂ ਨੂੰ ਦੁਸ਼ਟ ਲਿਖਿਆ ਹੈ। ਐਸੀਆਂ ਪਦਵੀਆਂ ਇਹਨਾਂ ਨੂੰ ਮਿਲੀਆਂ ਹੋਈਆਂ ਹਨ। ਵੈਸੇ ਹੈ ਵੀ ਇਹ ਇਹਨਾਂ ਡਿਗਰੀਆਂ ਦੇ ਮਾਲਕ ਹੀ, ਜਿਹੜੇ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦੇ ਰਹਿੰਦੇ ਨੇ। ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਐਸੀ ਮਹਾਨ ਸ਼ਕਤੀ ਦੇ ਮਾਲਕ ਹੁੰਦੇ ਨੇ। ਇਹ ਤਾਂ ਬੰਦਗੀ ਵਾਲਿਆਂ ਨੂੰ ਵੀ ਐਂ ਕਹਿੰਦੇ ਨੇ, ਉਹ ਸਧਾਰਨ ਬੰਦੇ ਨੇ। ਇੱਕ ਵਾਰੀ ਵਿਚਾਰ ਚੱਲੀ ਸੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਕਿ ਭਾਈ ਮਨੀ ਸਿੰਘ ਜੀਆਂ ਨੇ ਦਸਮ ਬਾਣੀ ਨੂੰ ਇਕੱਠਿਆਂ ਕਰਕੇ ਗ੍ਰੰਥ ਬਣਾਇਆ ਸੀ। ਤੇ ਇਹ ਨਿੰਦਕ ਲੋਕ ਕਹਿੰਦੇ ਭਾਈ ਮਨੀ ਸਿੰਘ ਵੀ ਆਮ ਬੰਦੇ ਸੀ, ਉਹ ਵੀ ਤਾਂ ਭੁੱਲਣ ਵਾਲੇ ਹੀ ਨੇ, ਉਹਨਾਂ ਨੇ ਭੁੱਲ ਕੀਤੀ ਹੈ। ਵੇਖੋ ਜਿੰਨਾ ਬੰਦ ਕਟਾਏ ਹੋਣ ਤੇ ਉਹਨਾਂ ਨੂੰ ਵੀ ਭੁੱਲਣਹਾਰ ਕਿਹਾ ਜਾ ਰਿਹਾ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਖਾਸ ਰੂਪ ਦੱਸਿਆ ਹੈ ਕਿ ਬਾਬਾ ਦੀਪ ਸਿੰਘ ਜੀ ਵੀ ਭੁੱਲੜ ਹਨ। ਦਸਮੇਸ਼ ਪਿਤਾ ਜੀ ਤਾਂ ਕਹਿੰਦੇ ਨੇ ਮੇਰੇ ਵਿੱਚ ਤੇ ਸਿੱਖ ਵਿੱਚ, ਜਿਹੜਾ ਅਸਲੀ ਸਿੱਖ ਹੈ ਤੇ ਪ੍ਰਮਾਤਮਾ, ਤਿੰਨਾਂ ਦੇ ਵਿੱਚ ਕੋਈ ਫਰਕ ਹੀ ਨਹੀਂ ਹੈ, ਬਿਲਕੁਲ ਵੀ ਅੰਤਰ ਹੀ ਨਹੀਂ ਹੈ। ਤੇ ਜਿਹੜੇ ਨਿੰਦਕ ਹਨ ਉਹਨਾਂ ਨੂੰ ਆਮ ਸਧਾਰਨ ਬੰਦੇ ਹੀ ਦੱਸਦੇ ਨੇ। ਸੋ ਇਸ ਕਰਕੇ ਐਸੇ ਜਿਹੜੇ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ, ਖਿਨ ਵਿੱਚ ਹੀ ਇਹਨਾਂ ਦਾ ਭਾਈ ਨਾਸ਼ ਕਰ ਦਿੰਦਾ ਹੈ ਪ੍ਰਮਾਤਮਾ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਮਹਾਰਾਜ ਜੀ ਕਹਿੰਦੇ ਭਾਈ ਐਸੇ ਪ੍ਰਮਾਤਮਾ ਦੀ ਟੇਕ ਮਨ ਨੂੰ ਆਸਰਾ ਦੇਣਾ ਚਾਹੀਦਾ ਹੈ। ਮਨ ਦੇ ਵਿੱਚ ਸਾਡੇ ਇੱਕ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਜਿਸ ਪ੍ਰਮਾਤਮਾ ਨੂੰ ਸਿਮਰਨੇ ਕਰਕੇ ਸਦਾ ਸੁੱਖ ਮਿਲਦਾ ਹੈ, ਸਗਲੇ ਦੁਖ ਜਾਹੇ, ਸਾਰੇ ਦੁੱਖ ਚਲੇ ਜਾਂਦੇ ਹਨ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਦੋਂ ਇਹ ਪਾਠ ਕਰਨਾ, ਇਹਨੂੰ ਮੰਨੈ ਸ਼ਬਦ ਨਹੀਂ ਪੜ੍ਹਨਾ। ਜੇ ਕਵਾਂਗੇ ਨਾ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਪਾਠੀ ਵੀ ਇੱਦਾਂ ਪੜ੍ਹ ਜਾਂਦੇ ਨੇ, ਇਹ ਅਰਥ ਹੀ ਗਲਤ ਹੋ ਜਾਂਦਾ। ਮੰਨੈ ਪਾਠ ਨਹੀਂ ਹੈ, ਮਨੈ। ਮਨੈ ਦਾ ਭਾਵ ਹੈ ਮਨ, ਜਿਹੜਾ ਸਾਡਾ ਮਨ ਹੈ। ਮਨ ਦੇ ਵਿੱਚ ਪਰਮੇਸ਼ਰ ਦਾ ਜੇ ਸਿਮਰਨ ਕਰੀਏ, ਜੇ ਆਸਰਾ ਦਈਏ ਆਪਣੇ ਮਨ ਨੂੰ, ਫਿਰ ਸਾਰੇ ਦੁੱਖ ਚਲੇ ਜਾਂਦੇ ਨੇ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਮੰਨੈ ਨਹੀਂ ਪੜ੍ਹਨਾ ਹੈ। ਜੇ ਟਿੱਪੀ ਲੱਗੀ ਹੋਵੇ ਫਿਰ ਮੰਨੈ ਕਹੀਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਤੇ ਸਾਰੇ ਭਾਈ ਸੁੱਖ ਮਿਲਦੇ ਨੇ, ਦੁੱਖ ਚਲੇ ਜਾਂਦੇ ਹਨ। ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀਐ। ਉਹ ਪ੍ਰਮਾਤਮਾ ਅਕੁਲ ਹੈ, ਨਿਰੰਜਨ, ਮਾਇਆ ਦੀ ਕਾਲਖ ਦੁਰਵਤ ਹੈ, ਪੁਰਖ ਪੂਰਨ ਹੈ, ਅਗਮ ਮਨ ਦੀ ਪਹੁੰਚ ਤੋਂ ਪਰਿਆ, ਪਾਰੀਆ ਪਾਰਾਵਾਰ ਤੋਂ ਰਹਿਤ ਹੈ। ਜੋ ਸੱਚੋ ਸੱਚਾ ਸੱਚ ਸੱਚ ਨਿਹਾਰੀਐ। ਜੋ ਸੱਚਾ ਪ੍ਰਮਾਤਮਾ ਹੈ, ਉਸ ਸੱਚੇ ਪ੍ਰਮਾਤਮਾ ਦੀ ਬਾਣੀ ਨੂੰ ਜੇ ਪੜ੍ਹੀਏ ਤੇ ਸੱਚੇ ਗੁਰੂ ਦੇ ਚਰਨੀ ਲੱਗੀਏ, ਸੱਚੀ ਬਾਣੀ ਦਾ ਅਭਿਆਸ ਕਰੀਏ, ਨਿਧਿਆਸਨ ਕਰੀਏ, ਮੰਨੀਏ, ਕਮਾਈਏ, ਗਾਈਏ, ਇਹ ਸਭ ਕੁਝ ਕਰਨ ਦੇ ਨਾਲ ਮਨ ਬਾਣੀ ਸਰੀਰ ਕਰਕੇ ਜੇ ਸੱਚ ਦੇ ਨਾਲ ਜੁੜ ਜਾਈਏ ਨਾ ਤੇ ਸੱਚ ਨਿਹਾਰੀਏ, ਸੱਚੇ ਨੂੰ ਦੇਖ ਲਈਦਾ ਹੈ। ਕੂੜ ਨਾ ਜਾਪੈ ਕਿਛ ਤੇਰੀ ਧਾਰੀਐ। ਪਰਮੇਸ਼ਰ ਤੇਰੇ ਨਾਮ ਨੂੰ ਧਾਰਨੇ ਕਰਕੇ ਜਿਹੜਾ ਝੂਠ ਹੈ ਇਹ ਫਿਰ ਨਹੀਂ ਜਾਪਦਾ ਵਿਆਪਦਾ ਹੈ। ਸਭ ਸਹਿ ਦੇ ਦਾਤਾਰ ਜੇਤ ਉਪਾਰੀਐ। ਜਿਤਨੇ ਵੀ ਜੀਵ ਤੂੰ ਪੈਦਾ ਕੀਤੇ ਨੇ ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਇਕਤ ਸੂਤ ਭਰੋਏ ਜੋਤ ਸੰਜਾਰੀਐ। ਆਪਣੀ ਜੋਤ ਦੇ ਦੁਆਰਾ
ਦੁਆਰਾ ਸਾਰਿਆਂ ਨੂੰ ਇੱਕ ਧਾਗੇ ਦੇ ਵਿੱਚ ਪਰੋਇਆ ਹੋਇਆ ਹੈ, ਸਾਰੇ ਜੀਵਾਂ ਨੂੰ। ਹੁਕਮੇ ਭਵਜਲ ਮੰਜ ਹੁਕਮੇ ਤਾਰੀਐ। ਹੁਕਮ ਦੇ ਨਾਲ ਹੀ ਜਿਹੜੇ ਸਾਖਤ ਜਨ ਨੇ ਉਹਨਾਂ ਨੂੰ ਤੂੰ ਡੋਬ ਦਿੰਦਾ ਹੈ ਇਸ ਭਵਜਲ ਦੇ ਵਿੱਚ, ਤੇ ਹੁਕਮੇ ਤਾਰੀਐ, ਹੁਕਮ ਦੇ ਨਾਲ ਹੀ ਸੇਵਕਾਂ ਨੂੰ ਤਾਰਦਾ ਹੈ। ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ। ਤੈਨੂੰ ਉਹੀ ਧਿਆਉਂਦੇ ਹਨ ਜਿਨ੍ਹਾਂ ਦੇ ਚੰਗੇ ਭਾਗ ਨੇ ਮਸਤਕ ਦੇ ਉੱਪਰ ਲਿਖੇ ਹੋਏ। ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ। ਤੇਰੀ ਗਤ ਮਿਤ ਮਰਿਆਦਾ ਕੀਮਤ ਕਹੀ ਨਹੀਂ ਜਾ ਸਕਦੀ, ਤੁਹਾਡੇ ਤੋਂ ਤਾਂ ਬਲਿਹਾਰ ਹੀ ਜਾ ਸਕੀਦਾ ਹੈ, ਕੁਰਬਾਨ ਹੀ ਜਾਣਾ ਕਰਦੇ ਹਾਂ। ਤੁਹਾਡੀ ਮਿਤ ਜਾਂ ਗਤ ਨੂੰ ਨਹੀਂ ਕੀਤਾ ਜਾ ਸਕਦਾ ਕਥਨ। ਤੁਸੀਂ ਬੇਅੰਤ ਹੋ, ਪਾਰਾਵਾਰ ਤੋਂ ਰਹਿਤ ਹੋ। ਜਿਹਵਾ ਕਿਆ ਗੁਣ ਆਖ ਵਖਾਣ ਹੈ। ਸਾਡੀ ਇੱਕ ਜੀਵ ਤੁਹਾਡੇ ਕੀ ਗੁਣ ਕਥਨ ਕਰ ਸਕਦੀ ਹੈ। ਪਰਮੇਸ਼ਰ ਤੂੰ ਬੜਾ ਬੇਅੰਤ ਹੈ, ਇਸ ਕਰਕੇ ਤੁਹਾਡੇ ਤੋਂ ਬਲਿਹਾਰ ਹੀ ਜਾਇਆ ਜਾਂਦਾ ਹੈ, ਕੁਰਬਾਨ ਜਾਣਾ ਕਰੀਏ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੀ। 517 ਅੰਗ ਇੱਥੇ ਸੰਪੂਰਨ ਹੋਏ ਹਨ। ਗੋਜਰੀ ਕੀ ਦੂਸਰੀ ਵਾਰ ਦਾ ਪਹਿਲਾ ਸ਼ਲੋਕ ਆਪਾਂ ਨੇ ਸਰਵਣ ਕੀਤਾ ਹੈ। ਬੇਅੰਤ ਭੁੱਲਾਂ ਦੀ ਖੇਮਾ ਕਰਨੀ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਜੀ। ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ। ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।